ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਨੇ, ਹਰ ਕੀਰਤ ਕਲ ਜੁਗ ਪਦ ਊਤਮ, ਹਰ ਪਾਈਐ ਸਤਿਗੁਰ ਮਾਝਾ। ਕਹਿੰਦੇ ਕਲਯੁਗ ਦੇ ਵਿੱਚ ਸਭ ਤੋਂ ਉੱਤਮ ਸ੍ਰੇਸ਼ਟ ਚੀਜ਼ ਕਿਹੜੀ ਆ? ਉਹ ਆ ਗੁਰੂ ਦੀ ਸੰਗਤ, ਗੁਰੂ ਦਾ ਕੀਰਤਨ, ਗੁਰੂ ਦੀ ਕਥਾ, ਗੁਰੂ ਦੀ ਬਾਣੀ। ਪਹਿਲੀ ਗੱਲ ਤਾਂ ਇਹ ਆ ਨਾ ਵੀ ਜੇ ਤੁਸੀਂ ਗੁਰੂ ਦੀ ਸੰਗਤ ਕਰਦੇ ਹੋ ਤਾਂ ਤੁਹਾਡੇ ਲਈ ਕੋਈ ਕਲਯੁਗ ਨਹੀਂ ਹੈਗਾ। ਧੰਨ ਧੰਨ ਕਲਯੁਗ ਨਾਨਕਾ, ਜੇ ਚੱਲੇ ਸਤਿਗੁਰ ਭਾਏ। ਤੁਸੀਂ ਸਤਿਯੁਗ 'ਚ ਹੋ, ਤੁਹਾਡੇ ਲਈ ਕੋਈ ਕਲਯੁਗ ਨਹੀਂ ਹੈਗਾ। ਜੇ ਤੁਸੀਂ ਗੁੱਸੇ 'ਚੋਂ, ਤੁਹਾਡੇ ਲਈ ਕਲਯੁਗ ਆ। ਜੇ ਤੁਸੀਂ ਕਰੁਣਾ ਵਿੱਚ ਹੋ, ਦਇਆ 'ਚੋਂ, ਸੰਤੋਖ 'ਚੋਂ, ਸ਼ੁਕਰ 'ਚ ਹੋ, ਤੁਹਾਡੇ ਲਈ ਸਤਿਯੁਗ ਆ। ਇਸ ਕਰਕੇ ਗੁਰੂ ਮਹਾਰਾਜ ਕਹਿ ਰਹੇ ਨੇ, ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪ੍ਰਗਾਜਾ। ਮੈਂ ਬਲਿਹਾਰੇ ਜਾਨਾ ਆਪਣੇ ਗੁਰੂ ਤੋਂ, ਸਦਕੇ ਜਾਨਾ ਜਿਹਨੇ ਮੈਨੂੰ ਨਾਮ ਦੀ ਬਖਸ਼ਿਸ਼ ਕੀਤੀ ਆ, ਜਿਹਨੇ ਮੈਨੂੰ ਨਾਮ ਦਾ ਕਿਣਕਾ ਮੇਰੀ ਝੋਲੀ ਵਿੱਚ ਪਾਇਆ ਤੇ ਸਾਧੂਆਂ ਦੀ ਸੰਗਤ ਮੈਨੂੰ ਬਖਸ਼ੀ ਆ। ਦਰਸ਼ਨ ਸਾਧ ਮਿਲਿਓ ਵੱਡ ਭਾਗੀ, ਸਭ ਕਿਲ ਵਿਖ ਗਏ ਗਵਾਜਾ। ਤੇ ਮੇਰੇ ਸਾਰੇ ਕਿਲ ਵਿਖ, ਮੇਰੇ ਸਾਰੇ ਦੋਖ ਗਵਾਚ ਗਏ ਨੇ। ਸਤਿਗੁਰ ਸਾਹੋ ਪਾਇਆ ਵਡਦਾਣਾ, ਹਰ ਕੀਏ ਉਹ ਗੁਣ ਸਾਂਝਾ। ਜਿਹਦੇ ਸਦਕਾ ਮੈਂ ਗੁਣਾਂ ਦੇ ਨਾਲ ਸਾਂਝ ਕੀਤੀ ਆ, ਚੰਗੇ ਰਸਤੇ ਤੇ ਮੈਂ ਟੁਰਿਆ ਹਾਂ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਜਿਨ੍ਹਾਂ ਤੇ ਕਿਰਪਾ ਹੋਈ ਆ ਉਹੀ, ਉਹਨਾਂ ਦਾ ਮਨ ਹੀ ਲੱਗਿਆ ਬਾਣੀ 'ਚ, ਉਹਨਾਂ ਦਾ ਮਨ ਜੁੜਿਆ ਸਿਮਰਨ 'ਚ, ਉਹਨਾਂ ਦਾ ਪਿਆਰ ਪਿਆ ਸੰਗਤ 'ਚ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਹੜਾ ਪ੍ਰਮਾਤਮਾ ਦਾ ਸਾਜਿਆ ਹੋਇਆ ਧਰਮ ਰਾਏ ਹੈ, ਉਹਨੇ ਫਿਰ ਕੀ ਕੀਤਾ? ਇਨਸਾਨ ਦਾ ਉਹ ਵਰਕਾ ਪਾੜਿਆ ਜਿਹਦੇ ਤੇ ਲਿਖਿਆ ਸੀ ਜਨਮ ਤੇ ਜਿਹਦੇ ਤੇ ਲਿਖਿਆ ਸੀ ਮੌਤ। ਜਿਹੜਾ ਵਰਕਾ ਉਹਨੇ ਪਾੜ ਦਿੱਤਾ, ਜਿਹੜਾ ਸਫਾ, ਫਿਰ ਉਹ ਦੁਬਾਰਾ ਨਹੀਂ ਹੋਇਆ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਤਾਂ ਅਨੇਕਾਂ ਹੀ ਸਾਖੀਆਂ ਆਉਂਦੀਆਂ ਨੇ ਜਿਹਦੇ ਵਿੱਚ ਬੜੇ ਭਗਤ ਪਿਆਰੇ ਨੇ, ਜਿਨ੍ਹਾਂ ਦਾ ਜੀਵਨ ਪਹਿਲਾਂ ਕਿੱਦਾਂ ਦਾ ਸੀ ਤੇ ਬਾਅਦ ਵਿੱਚ ਉਹ ਕਿੱਦਾਂ ਦਾ ਹੋ ਗਿਆ। ਜਿਵੇਂ ਕੋਈ ਪਾਸਾ ਨਹੀਂ ਬਦਲ ਜਾਂਦਾ ਕਿਸੇ ਚੀਜ਼ ਦਾ ਇੱਕਦਮ। ਆਪਾਂ ਕਹਿੰਦੇ ਹਾਂ ਦਿਨ ਰਾਤ, ਰਾਤ ਦਿਨ ਹੋ ਗਿਆ। ਇੱਦਾਂ ਹੀ ਜਿਵੇਂ ਅਚਾਨਕ ਹੀ ਜੀਵਨ ਬਦਲਦਾ, ਇਹ ਵੀ ਕਰਾਮਾਤ ਤੋਂ ਘੱਟ ਨਹੀਂ ਹੁੰਦਾ। ਵੀ ਕੋਈ ਗੁਰੂ ਦੀ ਸੰਗਤ ਵਿੱਚ ਆ ਕੇ ਸ਼ਰਾਬ ਛੱਡਦਾ, ਉਹਦਾ ਜੀਵਨ ਬਦਲਦਾ, ਇਹ ਕਰਾਮਾਤ ਤੋਂ ਘੱਟ ਨਹੀਂ ਗੱਲਾਂ। ਕਰਾਮਾਤ ਇਹ ਨਹੀਂ ਹੁੰਦੀ ਕਿ ਕੋਈ ਹਵਾ ਵਿੱਚ ਉੱਡ ਰਿਹਾ, ਜਿਵੇਂ ਸਿੱਧਾਂ ਵਾਂਗ ਤਾਕਤਾਂ ਦਿਖਾਉਣੀਆਂ, ਸ਼ੇਰ ਬਣ ਜਾਣਾ, ਬਘਿਆੜ ਬਣ ਜਾਣਾ, ਇਹੀ ਕਰਾਮਾਤ ਨਹੀਂ ਹੁੰਦੀ। ਜੇ ਕਿਸੇ ਦਾ ਗੁਰੂ ਦੀ ਸੰਗਤ ਵਿੱਚ ਆ ਕੇ ਜੀਵਨ ਬਦਲਦਾ, ਗੁਰੂ ਨੂੰ ਸੁਣ ਕੇ, ਇਹ ਵੀ ਕਰਾਮਾਤ ਹੀ ਹੁੰਦੀ ਆ। ਸਾਰਿਆਂ ਨੇ ਆਪ ਜੀ ਨੇ ਭਗਤ ਸਦਨਾ ਜੀ ਦਾ ਨਾਮ ਸੁਣਿਆ ਹੋਣਾ। ਗੁਰੂ ਗ੍ਰੰਥ ਸਾਹਿਬ ਜੀ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ। ਭਗਤ ਕਬੀਰ ਜੀ, ਭਗਤ ਫਰੀਦ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਭੀਖਣ ਜੀ, ਭਗਤ ਤਿਰਲੋਚਨ ਜੀ, ਭਗਤ ਬੇਣੀ ਜੀ, ਭਗਤ ਧੰਨਾ ਜੀ ਤੇ ਭਗਤ ਸੈਣ ਜੀ, ਭਗਤ ਸਦਨਾ ਜੀ, ਭਗਤ ਪੀਪਾ ਜੀ। ਇਵੇਂ ਕਰਕੇ 15 ਭਗਤ ਨੇ। ਹੁਣ ਜਿਹੜੇ ਸਦਨਾ ਭਗਤ ਜੀ ਹਨ, ਇਹਨਾਂ ਦਾ ਪ੍ਰਕਾਸ਼ ਹੈਦਰਾਬਾਦ ਵਾਲੇ ਪਾਸੇ ਹੋਇਆ। ਭਗਤ ਸਦਨਾ ਜੀ, ਇਹਨਾਂ ਦਾ ਜਿਹੜਾ ਜੀਵਨ ਸੀ ਨਾ, ਇਹ ਮਾਸ ਵੇਚਣ ਦਾ ਕੰਮ ਕਰਦੇ ਸੀ, ਕਸਾਈ ਸਨ। ਕਾਰਨ ਕੀ ਸੀ ਵੀ ਕਸਾਈ? ਕਿਉਂਕਿ ਇਹਨਾਂ ਦੇ ਪੀੜ੍ਹੀ ਦਰ ਪੀੜ੍ਹੀ ਪੂਰਵਜ ਜਿਹੜੇ ਸਨ, ਉਹ ਮਾਸ ਹੀ ਵੇਚਿਆ ਕਰਦੇ।
ਇਹ ਵੀ ਲੱਗ ਗਏ ਮਾਸ ਵੇਚਣ। ਪਿਤਾ ਪੁਰਖੀ ਕਿੱਤਾ ਜਿਹਨੂੰ ਕਿਹਾ ਜਾਂਦਾ ਹੈ, ਸਿੱਧੀ ਭਾਸ਼ਾ ਦੇ ਵਿੱਚ ਵੀ ਜਿਹੜਾ ਕੰਮ ਪਿਤਾ ਨੇ ਕੀਤਾ ਉਹੀ ਕੰਮ ਫਿਰ ਪੁੱਤਰ ਨੇ ਚੁਣ ਲਿਆ, ਕਿਉਂਕਿ ਉਹ ਇਸੇ ਨਾਂ ਦੇ ਨਾਲ ਜਾਣੇ ਜਾਂਦੇ ਸੀ। ਕਸਾਈ ਇਹ ਬਣ ਗਏ, ਪਿਤਾ ਵੀ ਕਸਾਈ ਸੀ। ਇਹਨਾਂ ਨੂੰ ਇੱਕ ਦਿਨ ਕੋਈ ਸਾਧੂ ਮਿਲਿਆ ਤੇ ਉਹਨੇ ਸਾਲਗ੍ਰਾਮ ਦੇ ਦਿੱਤਾ। ਇਹਨੂੰ ਸਾਲਗ੍ਰਾਮ ਕਹਿੰਦੇ ਨੇ। ਉਹ ਪੱਥਰ ਜਿਹਦੀ ਪੂਜਾ ਕਰਦੇ ਨੇ ਹਿੰਦੂ ਵੀਰ ਬ੍ਰਾਹਮਣ ਜਨ। ਇਹਨਾਂ ਕੀ ਕੀਤਾ, ਪੱਥਰ ਲੈ ਤਾਂ ਲਿਆ ਪਰ ਮਾਸ ਤੋਲਣ ਲੱਗ ਗਏ ਉਹ ਸਾਲਗ੍ਰਾਮ ਦੇ ਨਾਲ। ਉਹ ਵੱਟਾ ਸੀ, ਇੱਕ ਪੱਥਰ ਸੀ, ਇਹਨਾਂ ਨੇ ਉਹਦਾ ਵਜ਼ਨ ਕਰ ਲਿਆ ਤੇ ਉਹ ਤੱਕੜੀ 'ਚ ਪਾ ਕੇ ਤੇ ਮਾਸ ਤੋਲਣ ਲੱਗ ਗਏ ਤੇ ਗ੍ਰਾਹਕਾਂ ਨੂੰ ਦਿੰਦੇ ਰਹੇ। ਜਦੋਂ ਫਿਰ ਉਹ ਆਇਆ ਸਾਧੂ ਬ੍ਰਾਹਮਣ ਜਿਹੜਾ ਸੀ, ਉਹਨੇ ਦੇਖਿਆ ਵੀ ਇਹ ਕਰ ਰਿਹਾ ਹੈ ਇਦਾਂ, ਗੁੱਸੇ ਹੋ ਗਿਆ ਉਹ। ਤਾਂ ਉਹਨੇ ਆਖਿਆ ਤੂੰ ਬੇਇੱਜ਼ਤੀ ਕੀਤੀ ਹੈ, ਅਪਮਾਨ ਕੀਤਾ ਹੈ ਸਾਲਗ੍ਰਾਮ ਦਾ, ਇਹ ਮੈਨੂੰ ਵਾਪਸ ਦੇ। ਉਹਨੇ ਦੇ ਦਿੱਤਾ ਫਿਰ ਵਾਪਸ ਭਗਤ ਸਦਨਾ ਜੀ ਨੇ। ਇਹਨੇ ਲਿਆ ਕੇ ਜਦੋਂ ਘਰੇ ਰੱਖਿਆ ਬ੍ਰਾਹਮਣ ਨੇ, ਤਾਂ ਆਵਾਜ਼ ਆਈ ਹੈ ਪਰਮਾਤਮਾ ਦੀ ਕਿ ਤੂੰ ਮੈਨੂੰ ਮੇਰੇ ਭਗਤ ਕੋਲ ਛੱਡ ਕੇ ਆ, ਕਿਉਂਕਿ ਉਹਦੇ ਦਿਲ 'ਚ ਸਤਿਕਾਰ ਹੈ ਮੇਰੇ ਪ੍ਰਤੀ। ਉਹ ਭੋਲੇ ਭਾਏ ਆ, ਉਹਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਕਿ ਮੈਂ ਸਾਲਗ੍ਰਾਮ ਹਾਂ, ਉਹਦੇ ਦਿਲ 'ਚ ਪਰਮਾਤਮਾ ਹੈ। ਉਦੋਂ ਬਾਅਦ ਫਿਰ ਇਹ ਬ੍ਰਾਹਮਣ ਨੇ ਉਹਨਾਂ ਨੂੰ ਵਾਪਸ ਕੀਤਾ ਸਾਲਗ੍ਰਾਮ। ਇੱਦਾਂ ਬਹੁਤ ਸਾਰੀਆਂ ਸਾਖੀਆਂ ਉਹਨਾਂ ਦੇ ਜੀਵਨ ਦੇ ਨਾਲ ਜੁੜੀਆਂ ਹੋਈਆਂ ਨੇ। ਮੁਸਲਮਾਨ ਲੋਕ ਕਹਿਣ ਲੱਗੇ, ਮੁਸਲਮਾਨ ਹੋ ਕੇ ਤੁਰਕ ਹੋ ਕੇ ਹਿੰਦੂ ਬਣ ਕੇ ਪੂਜਾ ਕਰਦਾ ਹੈ, ਕਾਫਰ ਆ ਇਹ। ਹਿੰਦੂ ਨੇ ਸ਼ਿਕਾਇਤ ਕੀਤੀ, ਕਹਿੰਦੇ ਇਹ ਮੁਸਲਮਾਨ ਹੋ ਕੇ ਸਾਡੇ ਸਾਲਗ੍ਰਾਮ ਨੂੰ ਪੂਜਦਾ ਹੈ, ਸਾਡਾ ਧਰਮ ਇਹਨਾਂ ਭ੍ਰਿਸ਼ਟ ਕੀਤਾ। ਰਾਜੇ ਦੇ ਪਾਸ ਜਾ ਕੇ ਉਹਨਾਂ ਸ਼ਿਕਾਇਤ ਕੀਤੀ ਭਗਤ ਸਦਨਾ ਜੀ ਦੀ। ਗੁਰੂ ਮਹਾਰਾਜ ਕਹਿੰਦੇ ਨੇ, ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਰਾਜੇ ਨੇ ਕੋਲ ਬੁਲਾਇਆ ਤੇ ਸਜ਼ਾ ਦਿੱਤੀ ਆ ਵੀ ਇਹਨੂੰ ਦੀਵਾਰ ਦੇ ਵਿੱਚ ਚਿਣ ਦਿਓ। ਕਈ ਇਤਿਹਾਸਕਾਰ ਕਹਿੰਦੇ ਨੇ ਕਿ ਇਹਨਾਂ ਦਾ ਜਿਹੜਾ ਅੰਤਮ ਸਮਾਂ ਸੀ ਭਗਤ ਸਦਨਾ ਜੀ ਦਾ, ਉਹ ਸਰਹੰਦ ਵਿੱਚ ਬੀਤਿਆ ਹੈ, ਪੰਜਾਬ ਦੀ ਧਰਤੀ ਤੇ। ਇਹਨਾਂ ਦੇ ਜਿਹੜੇ ਆਖਰੀ ਸਮਾਂ ਬਿਤਾਇਆ ਹੈ ਆਪਦੇ ਜੀਵਨ ਕਾਲ ਵਿੱਚ ਭਗਤ ਸਦਨਾ ਜੀ ਨੇ, ਇੱਥੇ ਹੀ ਆਪਣੇ ਪੰਜਾਬ ਦੇ ਵਿੱਚ ਹੀ ਸਰਹੰਦ ਦੀ ਧਰਤੀ ਤੇ ਹੋਇਆ। ਰਾਜੇ ਨੇ ਹੁਕਮ ਕੀਤਾ ਕਿ ਇਹਨਾਂ ਨੂੰ ਦੀਵਾਰ 'ਚ ਚਿਣ ਦਿਓ, ਇਹ ਕਾਫਰ ਹੈ, ਮੁਸਲਮਾਨ ਹੋ ਕੇ ਇਹ ਸਾਲਗ੍ਰਾਮ ਦੀ ਪੂਜਾ ਕਰਦਾ। ਤਾਂ ਉਹਨਾਂ ਨੂੰ ਜਦੋਂ ਦੀਵਾਰ ਵਿੱਚ ਚਿਣਨ ਲੱਗੇ ਨਾ, ਦੀਵਾਰ ਵਿੱਚ ਚਿਣਿਆ ਨਹੀਂ ਗਿਆ, ਪਰਮਾਤਮਾ ਨੇ ਰੱਖਿਆ ਕੀਤੀ ਆ ਭਗਤ ਸਦਨਾ ਜੀ ਦੀ। ਦੀਵਾਰ ਸਾਰੀ ਢਹਿ ਗਈ। ਉਹ ਇੱਟਾਂ ਉਹਨਾਂ ਦੁਸ਼ਟਾਂ ਦੇ ਵੱਜੀਆਂ ਜਿਹੜੇ ਉੱਥੇ ਸਭਾ 'ਚ ਬੈਠੇ ਸੀ ਤੇ ਮਾੜੀ ਨੀਤੀ ਵਾਲੇ ਸੀ, ਨਿੰਦਕ ਸਨ ਜਿਹੜੇ ਭਗਤ ਸਦਨਾ ਜੀ ਦੇ, ਉਹਨਾਂ ਦੇ ਜਾ ਕੇ ਵੱਜੀਆਂ। ਬਾਕੀ ਚੰਗੀਆਂ ਰੂਹਾਂ ਜਿਹੜੀਆਂ ਬੈਠੀਆਂ ਸੀ ਉਹਨਾਂ ਨੂੰ ਕੁਝ ਨਹੀਂ ਆਖਿਆ। ਫੇਰ ਜਾ ਕੇ ਰਾਜੇ ਦੀ ਸ਼ਰਧਾ ਬਣੀ ਤੇ ਉਹ ਸਦਨਾ ਜੀ ਦੇ ਚਰਨਾਂ ਤੇ ਡਿੱਗਿਆ। ਫਿਰ ਇਹ ਆਪਦਾ ਆ ਕੇ ਦੁਕਾਨ ਚਲਾਉਣ ਲੱਗੇ, ਮਾਸ ਵੇਚਣ ਦਾ ਕੰਮ ਕਰਦੇ ਸੀ। ਇੱਕ ਦਿਨ ਸ਼ਾਮ ਦਾ ਸਮਾਂ ਹੋਇਆ, ਜਿੱਥੋਂ ਹੋਰ ਜੀਵਨ ਇਹਨਾਂ ਦਾ ਬਦਲਿਆ। ਇੱਕ ਗ੍ਰਾਹਕ ਆਇਆ, ਉਹਨੇ ਆਖਿਆ ਮੈਨੂੰ ਤਾਜ਼ਾ ਮਾਸ ਚਾਹੀਦਾ। ਇਹਨਾਂ ਆਖਿਆ ਵੀ ਮਾਸ ਅੱਜ ਦਾ ਵਿਕ ਚੁੱਕਾ। ਸਦਨਾ ਜੀ ਕਹਿੰਦੇ ਤੂੰ ਕੱਲ ਨੂੰ ਆਵੀਂ ਸਵੇਰੇ, ਕਿਉਂਕਿ ਹੁਣ ਮੈਂ ਬੱਕਰਿਆਂ ਨੂੰ ਕੱਟ ਨਹੀਂ ਨਾ ਸਕਦਾ ਤੇਰੀ ਖਾਤਰ, ਕਿਉਂਕਿ ਉਹ ਫਿਰ ਬਾਅਦ ਵਿੱਚ ਤੜਫੇਗਾ ਤੇ ਬਾਅਦ ਵਿੱਚ ਬੇਹਾ ਵੀ ਹੋ ਜਾਏਗਾ, ਕਿਸੇ ਨੇ ਲੈਣਾ ਵੀ ਨਹੀਂ। ਤੂੰ ਥੋੜਾ ਮਾਸ ਲੈਣਾ, ਬੱਕਰਾ ਮੈਨੂੰ ਪੂਰਾ ਕੱਟਣਾ ਪਏਗਾ। ਉਹ ਜਿੱਦ ਕਰਨ ਲੱਗ ਗਿਆ ਕਿ ਨਹੀਂ, ਮੈਂ ਤੁਹਾਡਾ ਪੱਕਾ ਗ੍ਰਾਹਕ ਹਾਂ, ਜਿਵੇਂ ਮਰਜ਼ੀ ਮੇਰਾ ਹੱਲ ਕਰੋ। ਤਾਂ ਉਦੋਂ ਇਹਨਾਂ ਨੇ ਹੱਥ ਵਿੱਚ ਛੁਰੀ ਫੜੀ। ਸਦਨਾ ਜੀ ਨੇ ਬੱਕਰੇ ਨੂੰ ਕੱਟਣ ਲੱਗੇ ਨੇ, ਸੋਚਦੇ ਨੇ ਜੇ ਮੈਂ ਸਾਰਾ ਕੱਟਦਾ ਤੇ ਤੂੰ ਬੇਹਾ ਹੋ ਜਾਏਗਾ ਕੱਲ ਤੱਕ, ਤੇ ਲੈਣਾ ਨਹੀਂ ਕਿਸੇ ਨੇ ਮਾਸ, ਮੈਂ ਤੈਨੂੰ ਥੋੜਾ ਜਿਹਾ ਤੇਰਾ ਹਿੱਸਾ ਕੱਟ ਦਿੰਨਾ ਹਾਂ।
ਤੇ ਬਾਕੀ ਤੈਨੂੰ ਛੱਡ ਦਿੰਨਾ ਤੇ ਸਵੇਰੇ ਆ ਕੇ ਫਿਰ ਤੈਨੂੰ ਕੱਟੂੰਗਾ। ਤਾਂ ਬੱਕਰਾ ਹੱਸ ਪਿਆ। ਇਤਿਹਾਸਕਾਰ ਕਹਿੰਦੇ ਨੇ ਇਹ ਕਿਉਂਕਿ ਪਰਮਾਤਮਾ ਨੇ ਇੱਕ ਵਿਧੀ ਬਣਾਈ ਉਹੋ ਜੀ ਇਹਨਾਂ ਨੂੰ ਬਦਲਣ ਦੀ, ਕਿਉਂਕਿ ਇੱਥੇ ਪਾਤਸ਼ਾਹ ਜੀ ਕਹਿ ਰਹੇ ਨੇ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਜਿਹਨੂੰ ਤੂੰ ਗਿਆਨ ਦੇਵੇਂਗਾ ਉਹ ਸਮਝੇਗਾ ਇਸ ਗੱਲ ਨੂੰ। ਪਹਿਲਾਂ ਬੰਦਾ ਹਨੇਰੇ 'ਚ ਹੀ ਰਹੂਗਾ, ਜਦੋਂ ਤੂੰ ਚਾਨਣ ਕਰਾਵੇਂਗਾ ਉਹ ਸਮਝੇਗਾ ਵੀ ਇਹ ਰੱਸੀ ਨੂੰ ਜਿਹਨੂੰ ਮੈਂ ਸੱਪ ਸਮਝਦਾ ਸੀ ਇਹ ਰੱਸੀ ਆ, ਭਰਮ ਉਹਦੇ ਦੂਰ ਹੋਣਗੇ। ਤਾਂ ਜਦੋਂ ਸਦਨਾ ਜੀ ਫਿਰ ਉਹਨੂੰ ਕੱਟਣ ਲੱਗੇ ਤਾਂ ਬੱਕਰਾ ਹੱਸ ਪਿਆ। ਸਦਨਾ ਪੁੱਛਦਾ ਤੂੰ ਹੱਸਿਆ ਕਿਉਂ ਆ? ਉਹ ਕਹਿੰਦਾ ਨਹੀਂ ਤੂੰ ਮੈਨੂੰ ਕੱਟ। ਕਹਿੰਦਾ ਨਹੀਂ ਪਹਿਲਾਂ ਦੱਸ। ਉਹ ਕਹਿੰਦਾ ਮੈਂ ਤਾਂ ਹੱਸਦਾ ਵੀ ਬਹੁਤ ਵਾਰ ਤੂੰ ਬੱਕਰਾ ਬਣਿਆ ਤੇ ਮੈਂ ਸਦਨਾ ਬਣਿਆ, ਹੁਣ ਤੂੰ ਫਿਰ ਬੱਕਰਾ ਬਣੇਗਾ ਮੈਨੂੰ ਕੱਟ ਕੇ, ਮੈਂ ਫਿਰ ਸਦਨਾ ਬਣੂੰਗਾ। ਅੱਜ ਤੂੰ ਛੁਰੀ ਮੇਰੇ ਤੇ ਫੇਰਦਾ ਤੇ ਕੱਲ ਮੈਂ ਫੇਰਨੀ ਆ, ਮੈਂ ਤਾਂ ਹੱਸਦਾ। ਕਹਿੰਦਾ ਤੂੰ ਮੈਨੂੰ ਤੜਫਣ ਲਈ ਛੱਡ ਜਾਏਗਾ, ਅੱਧਾ ਮੈਨੂੰ ਕੱਟ ਜਾਏਗਾ, ਅੱਧਾ ਮੈਨੂੰ ਛੱਡ ਜਾਏਗਾ, ਮੈਂ ਸਾਰੀ ਰਾਤ ਤੜਫਦਾ ਰਹੂੰਗਾ ਤੇ ਫਿਰ ਤੂੰ ਵੀ ਇੱਕ ਦਿਨ ਤੜਫੇਗਾ। ਇਹ ਕਰਮਾਂ ਦਾ ਖੇਡ ਆ, ਇਹ ਤੈਨੂੰ ਇਹਦੇ ਵਿੱਚੋਂ ਲੰਘਣਾ ਪੈਣਾ। ਤਾਂ ਇਹ ਸੁਣਦਿਆਂ ਸਾਰ ਵੀ ਮੈਂ ਵੀ ਬੱਕਰਾ ਬਣਾਂਗਾ, ਮੇਰੇ ਗਲੇ ਤੇ ਵੀ ਛੁਰੀ ਫਿਰੇਗੀ। ਹੱਥੋਂ ਛੁਰੀ ਡਿੱਗ ਪਈ ਭਗਤ ਸਦਨਾ ਜੀ ਦੀ ਧਰਤੀ ਤੇ ਗ੍ਰਾਹਕ ਨੂੰ ਕਹਿੰਦੇ ਚਲਿਆ ਜਾ, ਅੱਜ ਤੋਂ ਬਾਅਦ ਮੈਂ ਕਿੱਤਾ ਨਹੀਂ ਕਰਨਾ, ਮੈਂ ਛੱਡਿਆ ਇਹ ਕੰਮ, ਮੈਂ ਨਹੀਂ ਕਰਨਾ ਇਹ ਕੰਮ, ਇਹ ਕੰਮ ਮੈਂ ਛੱਡਿਆ, ਮੈਂ ਹੋਰ ਕਿਰਤ ਕਰਾਂਗਾ। ਉਦੋਂ ਬਾਅਦ ਇਹਨਾਂ ਇਹ ਕਿੱਤਾ ਛੱਡਿਆ। ਇਹਨਾਂ ਦਾ ਇੱਕ ਹੀ ਸ਼ਬਦ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਜਿਹਦੇ ਵਿੱਚ ਇਹ ਪ੍ਰਮਾਤਮਾ ਨੂੰ ਕਹਿੰਦੇ ਨੇ, ਕਹਿੰਦੇ ਜੇ ਬਬੀਹਾ ਪ੍ਰਿਉ ਪ੍ਰਿਉ ਕਰੇ ਤੇ ਉਹਦੀ ਜਾਨ ਨਿਕਲ ਜੇ, ਬੂੰਦ ਲਈ ਪਿਆਸਾ ਹੋਵੇ ਬਹੁਤ ਜ਼ਿਆਦਾ ਤੇ ਉਹਦੀ ਜਾਨ ਨਿਕਲ ਜੇ, ਉਦੋਂ ਬਾਅਦ ਮੀਂਹ ਪੈ ਜੇ ਫਿਰ ਫਾਇਦਾ ਕੀ ਆ? ਕਹਿੰਦੇ ਜੇ ਬੰਦਾ ਪਾਣੀ 'ਚ ਡੁੱਬ ਜੇ ਤੇ ਬਾਅਦ ਵਿੱਚ ਕਿਸ਼ਤੀ ਪਾਵੇ ਉਹਦਾ ਫਾਇਦਾ ਕੀ ਆ? ਜੇ ਜਿਉਂਦਿਆਂ ਜੀ ਬੰਦੇ ਨੂੰ ਗਿਆਨ ਨਾ ਮਿਲੇ, ਗੁਰੂ ਹੁੰਦਿਆਂ ਉਹਦਾ ਫਾਇਦਾ ਕੀ ਆ? ਇਹ ਕਹਿ ਰਹੇ ਨੇ ਮੈਂ ਨਾਹੀ ਕਛ ਹਉ ਨਹੀਂ, ਕਛ ਆਹੇ ਨਾ ਮੋਰਾ, ਔਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਉਦੋਂ ਬਾਅਦ ਇਹਨਾਂ ਦਾ ਜੀਵਨ ਬਦਲਿਆ, ਇਹਨਾਂ ਯਾਤਰਾਵਾਂ ਕਰਨੀਆਂ ਸ਼ੁਰੂ ਕੀਤੀਆਂ, ਲੋਕ ਇਹਨਾਂ ਦੇ ਨਾਲ ਜੁੜੇ ਨੇ। ਭਗਤ ਨਾਮਦੇਵ ਜੀ ਇਹਨਾਂ ਦੇ ਸਮਕਾਲੀ ਹੋਏ ਨੇ। ਇਤਿਹਾਸਕਾਰ ਕਹਿੰਦੇ ਇਹਨਾਂ ਦੇ ਨਾਲ ਦੇ ਸਮੇਂ 'ਚ ਹੀ ਹੋਏ ਨੇ। ਬਹੁਤ ਯਾਤਰਾ ਇਹਨਾਂ ਕੀਤੀ। ਇੱਕ ਦਿਨ ਨਗਰ ਦੇ ਵਿੱਚੋਂ ਭਿੱਖਿਆ ਮੰਗਣ ਗਏ ਨੇ, ਨਗਰ ਦੇ ਵਿੱਚੋਂ ਭਿੱਖਿਆ ਮੰਗਣ ਗਏ ਨੇ। ਇੱਕ ਇਸਤਰੀ ਦੇ ਘਰੇ ਚਲੇ ਗਏ। ਉਹ ਇਸਤਰੀ ਦੇ ਅੰਦਰ ਮਾੜੇ ਖਿਆਲ ਪੈਦਾ ਹੋ ਗਏ ਸਦਨਾ ਜੀ ਦਾ ਰੂਪ ਦੇਖ ਕੇ, ਤੇ ਇਹਨਾਂ ਨੂੰ ਅੰਦਰ ਬੁਲਾਇਆ। ਉਹਨਾਂ ਨੇ ਗਲਤ ਕੰਮ ਕਰਨ ਲਈ ਪ੍ਰੇਰਦੀ ਆ ਉਹ, ਮਾੜੇ ਖਿਆਲ ਪੈਦਾ ਹੋਏ। ਇਹਨਾਂ ਮਨਾ ਕੀਤਾ। ਉਹਨੇ ਆਪਦੇ ਪਤੀ ਦਾ ਗਲ ਵੱਢ ਕੇ ਥਾਲੀ 'ਚ ਲਿਆ ਕੇ ਅੱਗੇ ਰੱਖਤਾ। ਇਹਨਾਂ ਨੇ ਆਖਿਆ ਤੂੰ ਇਸ ਗੱਲ ਤੋਂ ਡਰੀ ਆ, ਆਖਿਆ ਤੂੰ ਇਸ ਗੱਲ ਤੋਂ ਡਰਦਾ ਹੈ, ਮੈਂ ਆਪਦੇ ਪਤੀ ਦਾ ਹੀ ਕਤਲ ਕਰ ਦਿੱਤਾ, ਹੁਣ ਤੂੰ ਡਰ ਨਾ। ਤਾਂ ਜਦੋਂ ਭਗਤ ਸਦਨਾ ਜੀ ਨੇ ਆਖਿਆ ਤੂੰ ਬਹੁਤ ਮਾੜਾ ਕੰਮ ਕੀਤਾ, ਗਲਤ ਕੀਤਾ, ਮੈਂ ਕਦੇ ਵੀ ਆਪਦੇ ਗੁਰੂ ਤੋਂ ਮੁਨਕਰ ਹੋ ਕੇ ਚਰਿੱਤਰਹੀਣ ਨਹੀਂ ਹੋ ਸਕਦਾ, ਮੈਂ ਆਪਦੇ ਅਖਲਾਕ ਦਾ ਪੱਕਾ ਹਾਂ। ਤਾਂ ਇਹਨੇ ਜਾਣ ਕੇ ਝੂਠਾ ਇਲਜ਼ਾਮ ਲਾ ਕੇ ਉੱਚੀ ਉੱਚੀ ਰੌਲਾ ਪਾ ਦਿੱਤਾ ਕਿ ਸਦਨਾ ਜਿਹੜਾ ਹੈ ਇਹਨੇ ਮੈਨੂੰ ਮੰਦੀ ਨਿਗਾਹ ਦੇ ਨਾਲ, ਮਾੜੀ ਨਜ਼ਰ ਦੇ ਨਾਲ ਤੱਕਿਆ ਤੇ ਜਦੋਂ ਮੇਰੇ ਪਤੀ ਨੇ ਰੋਕਿਆ ਉਹਦਾ ਕਤਲ ਵੀ ਕਰਤਾ। ਇਹ ਰਾਜੇ ਦੇ ਪੇਸ਼ ਹੋਈ ਤੇ ਝੂਠੀ ਜਿਹੜੀ ਖਬਰ ਆ ਸਾਰੀ ਪਹੁੰਚਾ ਦਿੱਤੀ, ਝੂਠੀ ਵਾਰਤਾ ਸੁਣਾ ਦਿੱਤੀ, ਝੂਠਾ ਇਲਜ਼ਾਮ ਲਾਤਾ ਭਗਤ ਸਦਨਾ ਜੀ ਤੇ। ਆਪਣੇ ਤੇ ਵੀ ਦੁੱਖ ਆਉਂਦੇ ਨੇ, ਆਪਾਂ ਡੋਲ ਜਾਂਦੇ ਹਾਂ, ਭਗਤਾਂ ਤੇ ਵੀ ਆਏ ਨੇ, ਭਗਤ ਡੋਲਦੇ ਨਹੀਂ, ਬਸ ਇਹੀ ਫਰਕ ਆ। ਝੂਠਾ ਇਲਜ਼ਾਮ ਲਾਇਆ, ਰਾਜੇ ਨੇ ਸੱਚ ਮੰਨ ਲਿਆ, ਕਿਉਂਕਿ ਰਾਜੇ ਕੰਨਾਂ ਦੇ ਕੱਚੇ ਹੁੰਦੇ ਨੇ। ਇਸਤਰੀ ਦਾ ਕਿਹਾ ਹੋਇਆ ਮੰਨਿਆ ਗਿਆ
ਹਾਲਾਂਕਿ ਉਹਨੇ ਮਾਰਿਆ ਆਪਣੇ ਪਤੀ ਨੂੰ ਆਪ ਸੀ। ਭਗਤ ਸਧਨਾ ਜੀ ਨੇ ਤਾਂ ਆਖਿਆ ਸੀ ਤੂੰ ਗਲਤ ਕੀਤਾ, ਫਿਰ ਇਲਜ਼ਾਮ ਭਗਤ ਸਧਨਾ ਤੇ ਹੀ ਲਾ ਦਿੱਤਾ। ਫਿਰ ਰਾਜੇ ਨੇ ਪਤਾ ਕੀ ਹੁਕਮ ਦਿੱਤਾ, ਕਹਿੰਦਾ ਸਧਨਾ ਦੇ ਜਿਨ੍ਹਾਂ ਹੱਥਾਂ ਦੇ ਨਾਲ ਇਹਨੇ ਕਤਲ ਕੀਤਾ, ਉਹ ਕੀਤਾ ਨਹੀਂ ਸੀ, ਉਹਨੂੰ ਲੱਗਦਾ ਸੀ, ਇਹਦੇ ਹੱਥ ਹੀ ਵੱਢ ਦਿਓ। ਤਾਂ ਆਪਦੇ ਜਲਾਦਾਂ ਨੂੰ ਭੇਜਿਆ, ਸਧਨਾ ਜੀ ਨੂੰ ਜੰਗਲ ਵਿੱਚ ਲੈ ਗਏ ਤੇ ਉਹਨਾਂ ਦੇ ਦੋਨੋਂ ਹੱਥ ਕੱਟ ਦਿੱਤੇ, ਦੋਨੋਂ ਹੱਥ ਉਹਨਾਂ ਦੇ ਵੱਢ ਦਿੱਤੇ ਸਧਨਾ ਜੀ ਦੇ। ਉਦੋਂ ਬਾਅਦ ਜਗਨਨਾਥਪੁਰੀ ਵੱਲ ਜਾਣਾ ਸੀ ਇਹਨਾਂ ਨੇ। ਉੱਥੋਂ ਮੰਦਿਰ ਦੇ ਵਿੱਚੋਂ ਆਵਾਜ਼ ਆਈ ਆ। ਮੰਦਿਰ ਦਾ ਜਿਹੜਾ ਜਗਨਨਾਥਪੁਰੀ ਦੇ ਮੰਦਿਰ ਨੇ ਨਾ, ਬਹੁਤ ਜ਼ਿਆਦਾ ਮਸ਼ਹੂਰ ਨੇ ਇਹ, ਹਿੰਦੂਇਜ਼ਮ ਦੇ ਵਿੱਚ ਬੜੀ ਮਾਨਤਾ ਇਹਨਾਂ ਦੀ। ਉੱਥੋਂ ਇੱਕ ਆਵਾਜ਼ ਆਈ ਆ, ਕਹਿੰਦੇ ਮੇਰਾ ਭਗਤ ਫਲਾਣੇ ਜੰਗਲ ਵਿੱਚ ਬੈਠਾ, ਉਹਨੂੰ ਸੋਨੇ ਦੀ ਪਾਲਕੀ 'ਚ ਬਿਠਾ ਕੇ ਲਿਆਓ, ਉਹਦੇ ਹੱਥ ਕੱਟੇ ਹੋਏ ਨੇ। ਫਿਰ ਇਹ ਬ੍ਰਾਹਮਣ ਗਏ, ਸੋਨੇ ਦੀ ਪਾਲਕੀ ਵਿੱਚ ਕੱਟੇ ਹੋਏ ਹੱਥ ਨੇ, ਲਹੂ ਸਿਮ ਰਿਹਾ, ਤੇ ਆ ਕੇ ਭਗਤ ਸਧਨਾ ਜੀ ਨੂੰ ਪਾਲਕੀ 'ਚ ਬਿਠਾ ਕੇ ਲੈ ਕੇ ਆਏ ਤੇ ਉਹਨਾਂ ਦਾ ਇਲਾਜ ਕੀਤਾ। ਇੱਦਾਂ ਮੰਨਿਆ ਜਾਂਦਾ ਵੀ ਸਰਹੰਦ ਦੀ ਧਰਤੀ ਤੇ ਇਹਨਾਂ ਆਖਰੀ ਸਮਾਂ ਬਿਤਾਇਆ। ਇੱਕ ਹੀ ਸ਼ਬਦ ਇਹਨਾਂ ਦਾ ਬਿਲਾਵਲ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਅਸਲ ਦੇ ਵਿੱਚ ਗੁਰੂ ਸਾਹਿਬ ਇਹ ਕਹਿਣਾ ਚਾਹੁੰਦੇ ਨੇ ਅੱਜ ਦੇ ਹੁਕਮ ਦੇ ਅੰਦਰ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਜਦੋਂ ਗੁਰੂ ਕਿਰਪਾਲੂ ਹੁੰਦਾ ਨਾ, ਉਦੋਂ ਗਿਆਨ ਦਿੰਦਾ ਬੰਦੇ ਨੂੰ ਤੇ ਉਹਦਾ ਮਨ ਸਮਝ ਜਾਂਦਾ ਤੇ ਉਹ ਮਾੜੇ ਕੰਮ ਤੋਂ ਹਟ ਕੇ ਭਗਤ ਬਣ ਜਾਂਦਾ। ਭਗਤ ਸਾਰੇ ਸਿੱਧੇ ਹੀ ਭਗਤ ਥੋੜ੍ਹੀ ਸੀ। ਭਗਤ ਸਧਨਾ ਜੀ ਪਹਿਲਾਂ ਕਸਾਈ ਸਨ, ਕਸਾਈ ਤੋਂ ਬਾਅਦ ਹੀ ਭਗਤ ਬਣੇ। ਇਸ ਕਰਕੇ ਕਦੋਂ ਬੰਦੇ ਦਾ ਜੀਵਨ ਬਦਲ ਜੇ, ਕਦੋਂ ਕਿਰਪਾ ਹੋ ਜੇ ਕਿਸੇ ਸ਼ਰਾਬੀ ਤੇ, ਉਹ ਸ਼ਰਾਬ ਛੱਡ ਕੇ ਅੰਮ੍ਰਿਤਧਾਰੀ ਹੋ ਜੇ, ਕਦੋਂ ਸਾਰਾ ਪਰਿਵਾਰ ਸ਼ਰਾਬੀਆਂ ਦਾ ਵੱਜਦਾ ਹੋਵੇ ਤੇ ਬਾਅਦ ਵਿੱਚੋਂ ਗੁਰਮੁਖ ਬਣ ਜੇ, ਇਹ ਗੁਰੂ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ। ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ, ਕਰਾਮਾਤ ਇਹ ਨਹੀਂ ਹੁੰਦੀ ਕੋਈ ਹਵਾ 'ਚ ਉੱਡ ਰਿਹਾ, ਕੋਈ ਸ਼ੇਰ ਦਾ ਰੂਪ ਧਾਰਨ ਕਰ ਰਿਹਾ, ਇਹਨੂੰ ਕਰਾਮਾਤ ਨਹੀਂ ਕਹਿੰਦੇ। ਕਰਾਮਾਤ ਇਹ ਆ ਵੀ ਤੁਸੀਂ ਗੁਰੂ ਦੁਆਰੇ ਆਉਂਦੇ ਹੋ, ਤੁਹਾਨੂੰ ਗੁੱਸਾ ਬਹੁਤ ਆਉਂਦਾ, ਤੁਸੀਂ ਗੁੱਸਾ ਛੱਡ ਜਾਂਦੇ ਹੋ, ਇਹ ਕਰਾਮਾਤ ਹੀ ਹੁੰਦੀ ਆ। ਕਿਸੇ ਬੰਦੇ ਨੂੰ ਲਾਲਚੀ ਆ, ਉਹ ਗੁਰੂ ਦੀ ਕਥਾ ਸੁਣਦਾ, ਕੀਰਤਨ ਸੁਣ ਕੇ ਲਾਲਚ ਛੱਡ ਜਾਂਦਾ, ਇਹ ਕਰਾਮਾਤ ਹੀ ਹੁੰਦੀ ਆ। ਕਿਸੇ ਦੇ ਅੰਦਰ ਐਬ ਆ ਨਸ਼ਿਆਂ ਵਾਲੇ, ਉਹ ਅੰਮ੍ਰਿਤ ਛਕ ਲੈਂਦਾ, ਇਹ ਵੀ ਕਰਾਮਾਤ ਹੀ ਹੁੰਦੀ ਆ। ਕੋਈ ਪਰਿਵਾਰ ਵਿੱਚ ਲੜਦਾ ਹੈ, ਝਗੜਦਾ, ਸੰਗਤ ਕਰਨ ਲੱਗ ਗਿਆ, ਉਹਨੂੰ ਪਤਾ ਲੱਗ ਗਿਆ 4 ਦਿਨਾਂ ਦੇ ਪ੍ਰਾਹੁਣੇ ਹਾਂ, ਲੜਨਾ ਨਹੀਂ, ਲੜਨੋਂ ਹਟ ਗਿਆ, ਇਹ ਕਰਾਮਾਤ ਹੀ ਹੁੰਦੀ ਆ। ਤਾਂ ਗੁਰੂ ਸ਼ਬਦ ਦੀ ਇਹ ਕਰਾਮਾਤ ਹੈ, ਜੀਵਨ ਦਾ ਬਦਲਾਅ ਹੋਣਾ। ਇਹੀ ਬਸ ਗੁਰੂ ਰਾਮਦਾਸ ਜੀ ਨੇ ਦੱਸਿਆ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਹਨੂੰ ਗੁਰੂ ਗਿਆਨ ਦੇਵੇਗਾ, ਉਹ ਬੰਦੇ ਦਾ ਜਨਮ ਤੇ ਮਰਨ ਵਾਲਾ ਪੇਜ ਜਿਹੜਾ ਹੈ, ਉਹਨੂੰ ਧਰਮਰਾਜ ਪਾੜ ਦਿੰਦਾ, ਉਹ ਵਾਰ-ਵਾਰ ਹੁੰਦਾ ਹੀ ਨਹੀਂ। ਇਸ ਕਰਕੇ ਆਪਾਂ ਸੰਗਤ ਤਾਂ ਕਰਨੀ ਹੈ, ਰੋਜ਼-ਰੋਜ਼ ਕਰਨੀ ਆ। ਕਾਰਨ ਕੀ ਆ? ਕੀ ਪਤਾ ਕਿਸ ਦਿਨ ਸਾਡਾ ਜੀਵਨ ਬਦਲੇ, ਕਿਸ ਦਿਨ ਸਾਡਾ ਅੰਦਰ ਜਿਹੜਾ ਬਦਲਾਵ ਹੋ ਕੇ ਅਸੀਂ ਗੁਰੂ ਵਾਲੇ ਹੋਈਏ। ਇਹੀ ਸਿੱਖਿਆ ਗੁਰੂ ਰਾਮਦਾਸ ਜੀ ਨੇ ਦਿੱਤੀ ਹੈ। ਇਸ ਨੂੰ ਪੱਲੇ ਬੰਨੀਏ ਗੁਰਸਿੱਖ ਪਿਆਰਿਓ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ। ਗੁਰੂ ਰਾਮਦਾਸ ਜੀ ਦੀ ਸ਼ਾਨ ਬੜੀ ਨਿਰਾਲੀ ਹੈ। ਭਗਤ ਸਧਨਾ ਜੀ ਜੋ ਕਸਾਈ ਤੋਂ ਭਗਤ ਬਣ ਗਏ, ਤਿੰਨਾਂ ਦੀ ਸ਼ਾਨ ਬੜੀ ਉੱਚੀ ਹੈ, ਸੁੱਚੀ ਹੈ। ਬੋਲਦਿਆਂ ਇੱਕ ਨਹੀਂ, ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਪਿਆਰੀ ਸਾਧ ਸੰਗਤ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਹੀ ਸਾਨੂੰ ਬਖਸ਼ ਲੈਣ। ਆਓ ਆਪਾਂ ਹੁਣ ਪਿਆਰ ਦੇ ਨਾਲ ਉਸ ਅਕਾਲ ਪੁਰਖ ਪਾਕ ਪਰਵਦਗਾਰ ਨੂੰ ਯਾਦ ਕਰੀਏ ਜੀ। ਵਾਹਿਗੁਰੂ, ਵਾਹਿਗੁਰੂ।
ਦੇਹੋ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ